ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 9 ਦਸੰਬਰ 2013 24 ਮੱਘਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਟਵਿੱਟਰ ਮੈਸੇजेस ਅਤੇ ਫੇਸਬੁੱਕ ਮੈਸੇਜ ਨਾਲ ਕਰਦੇ ਹਾਂ। ਤੇ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਸ਼ੁਰੂ ਕਰੀਏ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ। ਸੋ ਪਿਛਲੇ ਹਫਤੇ ਦੇ ਲਗਭਗ ਸਾਰੇ ਹੀ ਪ੍ਰੋਗਰਾਮਾਂ 'ਚ ਵੀਰ ਗੁਰਬਖਸ਼ ਸਿੰਘ ਜੀ ਦਾ, ਜਿਹੜੇ ਕਿ ਸਿੱਖ ਕੌਮ ਦੀ ਇਸ ਵੇਲੇ ਆਨ ਔਰ ਅਣਖ ਦੇ ਪ੍ਰਤੀਕ ਬਣ ਚੁੱਕੇ ਨੇ ਜੀ, ਉਹਨਾਂ ਵੱਲੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਔਰ ਉਹਨਾਂ ਦੀ ਮੰਗ ਕਿ ਜੇਲ੍ਹ ਵਿੱਚ ਲੰਮੇ ਸਮੇਂ ਤੋਂ ਬੰਦ ਸਿੰਘ, ਜਿਹੜੇ ਕਿ ਅਦਾਲਤਾਂ ਵੱਲੋਂ ਦਿੱਤੀ ਜਿਹੜੀ ਸਜ਼ਾ ਦਾ ਸਮਾਂ ਸੀ ਉਸ ਨੂੰ ਵੀ ਪੂਰਾ ਕਰ ਚੁੱਕੇ ਨੇ ਜੀ, ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਅਸੀਂ ਫੋਕਸ ਕੀਤਾ। ਅਖੀਰਲੀਆਂ ਖਬਰਾਂ ਵੇਲੇ ਤੱਕ ਜਦੋਂ ਅਸੀਂ ਫਰਾਈਡੇ ਦਾ ਲਾਸਟ ਪ੍ਰੋਗਰਾਮ ਕੀਤਾ, ਸੋ ਜ਼ਾਹਰ ਹੈ ਵੀ ਉਹਨਾਂ ਬਾਰੇ ਬੜੀ ਅਸਪਸ਼ਟ ਜਾਣਕਾਰੀ ਸੀ ਕਿ ਉਹਨਾਂ ਨੂੰ ਕਿੱਥੇ ਰੱਖਿਆ ਗਿਆ ਹੈ। ਪੁਲਿਸ ਨੇ ਜੋ ਧੱਕਾ ਕੀਤਾ, ਜਿਸ ਤਰੀਕੇ ਨਾਲ ਉਹਨਾਂ ਨੂੰ ਚੁੱਕਿਆ ਗਿਆ, ਅਪਮਾਨਿਤ ਕੀਤਾ ਗਿਆ, ਬੇਅਦਬ ਕੀਤਾ ਗਿਆ ਜੀ, ਫਿਰ ਉਹਨਾਂ ਨੂੰ ਕਿਹੜੀ ਜੇਲ੍ਹ 'ਚ ਰੱਖਿਆ ਗਿਆ, ਰੋਪੜ 'ਚ ਨੇ, ਲੁਧਿਆਣੇ 'ਚ ਨੇ, ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਜੀ। ਪਰ ਹੁਣ ਜਦੋਂ ਅਸੀਂ ਅੱਜ ਇਹ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਤੇ ਜਿਹੜੀਆਂ ਛੇਕੜਲੀਆਂ ਖਬਰਾਂ ਨੇ ਉਹਨਾਂ ਦੇ ਮੁਤਾਬਕ ਇਹ ਹੈ ਕਿ ਪੁਲਿਸ ਨੇ ਉਹਨਾਂ ਨੂੰ SDM, ਕਿਉਂਕਿ ਜਿਹੜਾ ਉਹਨਾਂ ਦੇ ਉੱਤੇ ਲਾਇਆ ਗਿਆ ਸੀ ਚਾਰਜ ਧਾਰਾ 107 151, ਜੀ, ਜਿਹੜਾ ਕਿ ਅਮਨ ਕਾਨੂੰਨ ਭੰਗ ਜਾਂ ਸ਼ਾਂਤੀ ਖਰਾਬ ਕਰਨਾ, ਇਹ ਕਲੌਜ਼ ਇਸ ਤੇ ਬਣਦੇ ਨੇ ਜੀ। ਸੋ ਪੁਲਿਸ ਨੇ ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ, ਕਿਉਂਕਿ ਰੋਪੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਔਰ ਜਿਹੜੀਆਂ ਪਹਿਲੀਆਂ ਖਬਰਾਂ ਸੀ ਕਿ ਬੇਸ਼ੱਕ ਉਹਨਾਂ ਨੇ ਭੁੱਖ ਹੜਤਾਲ ਤਾਂ ਅੱਜ 24ਵਾਂ 25ਵਾਂ ਦਿਨ ਹੈ, ਪਰ ਜਦੋਂ ਤੋਂ ਉਹਨਾਂ ਨੂੰ ਚੁੱਕਿਆ ਉਸ ਤੋਂ ਬਾਅਦ ਉਹਨਾਂ ਨੇ ਈਵਨ ਪਾਣੀ ਪੀਣਾ ਵੀ ਛੱਡ ਦਿੱਤਾ ਸੀ। ਨਹੀਂ ਤਾਂ ਭੁੱਖ ਹੜਤਾਲ ਦੇ ਦੌਰਾਨ ਇਹ ਹੁੰਦਾ ਹੈ ਵੀ ਪਾਣੀ, ਈਵਨ ਨਿੰਬੂ ਪਾਣੀ ਵੀ ਲਿਆ ਜਾਂਦਾ ਹੈ, ਕਿਉਂਕਿ ਪਾਣੀ ਜਿਹੜਾ ਬਹੁਤ ਜ਼ਰੂਰੀ ਇਨਗਰੀਡੀਐਂਟ ਹੈ ਬਾਡੀ ਨੂੰ ਮੇਨਟੇਨ ਰੱਖਣ ਦੇ ਲਈ ਜੀ। ਪਰ ਜਿਵੇਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ, ਜਿਨ੍ਹਾਂ ਨੇ 74 ਦਿਨ ਦੀ ਭੁੱਖ ਹੜਤਾਲ ਕਰਕੇ ਆਪਣਾ ਸਰੀਰ ਛੱਡਿਆ ਸੀ, ਉਹਨਾਂ ਨੇ ਆਪਣੇ ਅਖੀਰਲੇ ਦਿਨਾਂ ਦੇ ਵਿੱਚ, ਅਖੀਰਲੇ 10-15 ਦਿਨਾਂ 'ਚ ਉਹਨਾਂ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਸੀ ਜੀ। ਸੋ ਭਾਈ ਗੁਰਬਖਸ਼ ਸਿੰਘ ਉਹਨਾਂ ਨੇ ਆਪਣੇ ਤੌਰ 'ਤੇ ਫੈਸਲਾ ਲਿਆ, ਹਾਲਾਂਕਿ ਉਹਨਾਂ ਨੂੰ ਹਸਪੀਟਲ ਖੜ੍ਹ ਕੇ ਉਹਨਾਂ ਦਾ ਜਿਹੜਾ ਹੈ ਉਹ ਵਰਤ ਤੋੜਨ ਦਾ ਵੀ ਯਤਨ ਜ਼ਰੂਰ ਕੀਤਾ ਗਿਆ ਹੋਵੇਗਾ। ਜੇ ਵੇਰਵੇ ਤਾਂ ਉਹਨਾਂ ਦੀ ਜ਼ਬਾਨੀ ਜਾਂ ਉਹਨਾਂ ਦੇ ਵਕੀਲਾਂ ਨੂੰ ਵੀ ਨਹੀਂ ਸੀ ਮਿਲਣ ਦਿੱਤਾ ਗਿਆ। ਜਦੋਂ ਇਹ ਵੀ ਪਤਾ ਲੱਗਾ ਵੀ ਉਹ ਰੋਪੜ ਚਲੇ ਗਏ ਨੇ, ਫਿਰ ਮੀਡੀਆ ਖਬਰਾਂ ਸੀ ਕਿ ਉਹਨਾਂ ਦੇ ਵਕੀਲ ਅਮਰ ਸਿੰਘ ਚਾਹਲ ਤੇ ਇੱਕ ਹੋਰ ਵਕੀਲ ਜਿਹੜੇ ਲਾਇਰਸ ਫਾਰ ਹਿਊਮਨ ਰਾਈਟਸ ਨਾਲ ਸੰਬੰਧਿਤ ਨੇ, ਸਰਦਾਰ ਸੂਦਨ ਜੀ, ਇਹ ਰੋਪੜ ਜਾ ਕੇ ਲਗਭਗ 2 ਘੰਟੇ ਇੰਤਜ਼ਾਰ ਕਰਦੇ ਰਹੇ। ਅਰਜ਼ੀ ਵੀ ਇਹਨਾਂ ਨੇ ਲਿਖ ਕੇ ਦਿੱਤੀ ਔਰ 4 ਘੰਟੇ ਬਾਅਦ 2 ਘੰਟੇ ਦੀ ਇੰਤਜ਼ਾਰ ਤੇ 2 ਘੰਟੇ ਪਹਿਲਾਂ ਅਰਜ਼ੀ ਦੇਣ ਤੋਂ ਵੀ ਬਾਅਦ ਵੀ ਉਹ ਜਿਹੜੇ ਨੇ ਉਹਨਾਂ ਇੰਤਜ਼ਾਰ ਕੀਤੀ, ਪਰ ਉਹਨਾਂ ਨੇ ਮਿਲਣ ਨਹੀਂ ਸੀ ਦਿੱਤਾ ਜੀ। ਪਰ ਹੁਣ ਅੱਜ ਦੀ ਟ੍ਰਿਬਿਊਨ ਦੀ ਵੀ ਖਬਰ ਹੈ, ਪੰਜਾਬ ਸਪੈਕਟਰਮ ਨੇ ਵੀ ਇਹਨੂੰ ਕਵਰ ਕੀਤਾ ਹੈ, ਹੋਰ ਵੀ ਸਾਧਨਾਂ ਤੋਂ, ਇਹ ਹੈ ਕਿ ਵੀ ਉਹਨਾਂ ਨੂੰ ਪੁਲਿਸ ਨੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਔਰ ਪੁਲਿਸ ਨੇ ਕਿਹਾ ਕਿ ਜੀ ਅਸੀਂ ਇਹਨਾਂ ਨੂੰ ਰਿਹਾ ਕਰ ਰਹੇ ਹਾਂ ਕਿਉਂਕਿ ਕੋਈ ਹੁਣ ਅਮਨ ਕਾਨੂੰਨ ਨੂੰ ਖਤਰਾ ਨਹੀਂ ਹੈ ਜੀ। ਸੋ ਜਿਹੜੇ ਉਹਨਾਂ ਤੋਂ ਬਾਅਦ ਬੈਠੇ ਨੇ ਵੀਰ ਦਮਨਦੀਪ ਸਿੰਘ ਖਾਲਸਾ, ਉਹਨਾਂ ਦੀ ਸਥਿਤੀ ਬਾਰੇ ਤਾਂ ਜੇ ਕੋਈ ਬਹੁਤ ਵੇਰਵੇ ਨਾਲ ਜਾਣਕਾਰੀ ਨਹੀਂ ਹੈ, ਉਹਨਾਂ ਦਾ ਵਰਤ ਚੱਲ ਰਿਹਾ ਜੀ। ਲੇਕਿਨ ਇਸ ਮੁੱਦੇ ਦੇ ਉੱਤੇ ਸਰ ਹਰਪਾਲ ਸਿੰਘ ਚੀਮਾ, ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਜਿਹੜੇ ਨੇ, ਉਹਨਾਂ ਨੇ ਕਾਮੈਂਟ ਕੀਤਾ ਹੈ ਵੀ ਕੋਈ ਸ਼ੋਰਟੀ ਜਾਂ ਬੌਂਡ ਨਹੀਂ ਲਿਆ ਗਿਆ ਜੀ। ਜਦੋਂ ਵੀ ਤੁਸੀਂ ਕਿਸੇ ਨੂੰ ਰਿਲੀਜ਼ ਕਰਦੇ ਹੋ ਤੇ ਈਵਨ ਉਹਨਾਂ ਦੇ ਪਰਿਵਾਰ ਨੂੰ ਵੀ ਉਹਨਾਂ ਦੇ ਨਾਲ ਰੋਪੜ 'ਚ ਕੀ ਵਾਪਰਿਆ ਜਾਂ ਇਸ ਸਾਰੇ ਦੇ ਨਾਲ ਉਹਨਾਂ ਦੇ ਪ੍ਰੈਸ਼ਰ ਪਰਿਵਾਰ ਤੇ ਜ਼ਰੂਰ ਸੀ ਕਿ ਉਹਦੀ ਕਸਟਡੀ ਲੈਣ। ਪਰ ਮੈਂ ਇਹ ਸਮਝਦਾ ਹਾਂ ਵੀ ਇਹ ਗੱਲ ਬਾਦਲ ਸਰਕਾਰ ਨੇ ਔਰ ਉਹਨਾਂ ਦਾ ਜਿੰਨਾ ਉਸ ਦਾ ਲਾਣਾ ਹੈ, ਉਹਨਾਂ ਨੇ ਰਿਅਲਾਈਜ਼ ਕਰ ਲਈ ਕਿ ਭਾਈ ਗੁਰਬਖਸ਼ ਸਿੰਘ ਦ੍ਰਿੜ ਨੇ, ਇਹ ਆਪਣੀ ਕੀਤੀ ਅਰਦਾਸ ਤੇ ਪੂਰੇ ਉਤਰਨਗੇ ਜੀ ਔਰ ਇਹ ਕਲੰਕ ਸਾਡੇ ਮੱਥੇ ਤੇ ਲੱਗੇਗਾ। ਜੇ ਪੰਜਾਬ ਦੀ ਜੇਲ੍ਹ ਦੇ ਵਿੱਚ ਉਹ ਰੋਪੜ ਹੋਏ, ਲੁਧਿਆਣਾ ਹੋਏ, ਪੰਜਾਬ ਦੀ ਜੂਹ ਦੇ ਵਿੱਚ ਉਹ ਆਪਣਾ ਸਰੀਰ ਛੱਡਦੇ ਨੇ ਤੇ ਇਹ ਉਹਨਾਂ ਲਈ ਕਲੰਕ ਹੋਏਗਾ। ਉਹਨਾਂ ਨੇ ਇਹ ਚਲਾਕੀ ਕਰਦੇ ਆ। ਹੁਣ ਉਹੀ ਪੁਲਿਸ ਜਿਹੜੀ ਕਿ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਬੈਠੇ ਆ, ਭਾਈ ਗੁਰਬਖਸ਼ ਸਿੰਘ ਤਾਂ ਅਮਨ ਕਾਨੂੰਨ ਨੂੰ ਖਤਰਾ ਸੀ, ਅੱਧੀ ਰਾਤ ਡਾਕੂਆਂ ਦੀ ਤਰ੍ਹਾਂ
ਜਿਹੜਾ ਹੈ ਉਹ ਧਾੜ ਬਣਾ ਕੇ ਆ ਕੇ ਗੁਰਦੁਆਰੇ ਦਾ ਅਪਮਾਨ ਕਰਕੇ ਸ਼ਰਾਬੀ ਹਾਲਤ 'ਚ ਉਹ ਜਿਹੜੇ ਉਹਨਾਂ ਨੂੰ ਚੁੱਕ ਕੇ ਲੈ ਗਏ। ਤੇ ਇਹਨਾਂ 6-7 ਦਿਨ ਦੇ ਵਿੱਚ ਐਸਾ ਕੀ ਹੋ ਗਿਆ ਕਿ ਜੀ ਹੁਣ ਅਮਨ ਨੂੰ ਖਤਰਾ ਨਹੀਂ ਰਿਹਾ। ਜੀ ਜੀ ਹੁਣ ਤਾਂ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਸੰਗਤਾਂ ਰੋਜ਼ਾਨਾ ਥਾਂ ਥਾਈਂ ਨਿਸ਼ਾਨ ਸਾਹਿਬ ਲੈ ਕੇ ਜਕਾਰੇ ਗਜਾਉਂਦੇ ਉੱਥੇ ਆ ਰਹੇ ਨੇ ਅੰਬ ਸਾਹਿਬ ਜੀ, ਉਹਨਾਂ ਨੂੰ ਭਾਈ ਦਮਨਦੀਪ ਸਿੰਘ ਖਾਲਸਾ ਨੂੰ ਸਪੋਰਟ ਕਰਨ। ਸੋ ਜ਼ਾਹਰ ਹੈ ਵੀ ਇਹਦਾ ਇੱਕੋ ਹੀ ਪੱਖ ਹੈ। ਔਰ ਜਿਹੜੀਆਂ ਲੇਟਲੀ ਜਿਹੜੀਆਂ ਖਬਰਾਂ ਆਈਆਂ ਨੇ ਉਹਨਾਂ ਨੂੰ PGI ਚੰਡੀਗੜ੍ਹ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਬਾਦਲ ਸਰਕਾਰ ਨੇ ਆਪਣੇ ਗਲੋਂ ਗਲਾਵਾਂ ਲਾ ਦਿੱਤਾ ਜੀ। ਹੁਣ ਚੰਡੀਗੜ੍ਹ ਜਿਹੜਾ ਯੂਨੀਅਨ ਟੈਰੀਟਰੀ ਹੈ, ਇਹ ਪੰਜਾਬ ਸਰਕਾਰ ਦੀ ਜੁਰਿਸਡਿਕਸ਼ਨ ਨਹੀਂ ਹੈ। ਸੋ ਇਹ ਹੁਣ PGI ਦੇ ਡਾਕਟਰਾਂ ਨੇ ਦੇਖਣਾ ਵੀ ਉਹਨਾਂ ਨੇ ਉਹਨਾਂ ਦੇ ਨਾਲ ਕਿਵੇਂ ਨਜਿੱਠਣਾ, ਫੋਰਸ ਫੀਡਿੰਗ ਕਰਦੇ ਨੇ ਜੇ ਨਹੀਂ ਕਰਦੇ। ਤੇ ਜੇ ਉਹ ਆਪਣਾ ਸਰੀਰ ਚੰਡੀਗੜ੍ਹ ਦੇ ਵਿੱਚ ਛੱਡਦੇ ਨੇ ਤੇ ਪੰਜਾਬ ਸਰਕਾਰ ਕਹੇਗਾ ਜੀ ਅਸੀਂ ਤਾਂ ਕੋਈ ਉਹਨਾਂ ਤੇ ਕੇਸ ਵੀ ਨਹੀਂ ਸੀ ਬਣਾਇਆ, ਠੀਕ ਹੈ ਗਲਤੀ ਹੋਈ ਇੱਕ ਵਾਰੀ ਬਣਾਇਆ, ਅਸੀਂ ਤਾਂ ਉਹਨਾਂ ਨੂੰ ਰਿਲੀਜ਼ ਕਰਤਾ 157 ਦੇ ਥੱਲੇ। ਹੁਣ ਇਹ ਇੱਕ ਪਾਰਟ ਹੈ ਸਟ੍ਰੈਟਜੀ ਦਾ। ਦੂਸਰਾ ਜਿਹੜੀਆਂ ਖਬਰਾਂ ਨੇ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਜਿਹੜੀ ਹੈ ਉਹ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਪਹੁੰਚ ਗਈ ਹੈ। ਇਹ ਜਦੋਂ ਜੂਨ 84 ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਕੋਲ ਜਦੋਂ ਦੁਬਾਰਾ ਕੰਟਰੋਲ ਆਇਆ, ਕਾਫੀ ਦੇਰ ਜੁਝਾਰੂਆਂ ਦਾ ਕੰਟਰੋਲ ਰਿਹਾ, ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸੇ ਹੋਏ, ਜਥੇਦਾਰ ਸਰਬੱਤ ਖਾਲਸਾ ਨੇ ਬਣਾਏ ਜੀ। ਪਰ ਜਦੋਂ ਐਨ ਉਹਨਾਂ ਦਾ ਨੌਜਵਾਨਾਂ ਨੂੰ ਮਾਰ ਕੇ ਉਹਨਾਂ ਦਾ ਪੂਰਾ ਬੇਨਤੇ ਰਾਹੀਂ ਅਕਾਲੀਆਂ ਨੇ ਆਪਣਾ ਏਜੰਡਾ ਜਿਹੜਾ ਉਹ ਪੂਰਾ ਕਰ ਲਿਆ 96-97 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਬਾਅਦ, ਫਿਰ ਉਹਨਾਂ ਨੇ ਕਿਹਾ ਜੀ ਕਿ ਵੀ ਸਾਨੂੰ ਤਾਂ ਕਿ ਕੱਲ ਨੂੰ ਸਾਡੇ ਗੁਰਦੁਆਰਿਆਂ ਦੇ ਵਿੱਚ ਸਾਨੂੰ ਕੋਈ ਚੈਲੰਜ ਨਾ ਕਰੇ ਜੋ ਅਸੀਂ ਧੱਕੇਸ਼ਾਹੀ ਕਰਦੇ ਹਾਂ, ਬਜਾਏ ਕਿ ਪੁਲਿਸ ਆ ਕੇ ਇੰਟਰਵੀਨ ਕਰੇ, ਬਦਨਾਮੀ ਹੁੰਦੀ ਹੈ ਕਿ ਜੀ ਪੁਲਿਸ ਨੇ ਇੰਟਰਫੀਅਰ ਕੀਤਾ ਹੈ ਜੀ। ਸੋ ਉਹਨਾਂ ਨੇ ਕੁਛ ਉਹ ਸਾਬਕਾ ਧਰਮੀ ਫੌਜੀ ਜਿਨ੍ਹਾਂ ਨੇ ਜੂਨ 84 ਦੇ ਵਿੱਚ ਵੈਰਕਾਂ ਛੱਡੀਆਂ ਸੀ ਉਹਨਾਂ ਨੂੰ ਭਰਤੀ ਕਰਕੇ ਟਾਸਕ ਫੋਰਸ ਬਣਾਈ। ਹੁਣ ਟਾਸਕ ਫੋਰਸ ਤੋਂ ਕੀ ਕੰਮ ਕਰਵਾਉਂਦੇ ਨੇ? ਇਹੀ ਆਪਣੇ ਵਿਰੋਧੀਆਂ ਨੂੰ ਕਟਵਾਉਣਾ। ਜਿਵੇਂ ਖਾਲਸਾ ਪੰਚਾਇਤ ਵਾਲਿਆਂ ਨੇ ਜਦੋਂ ਆਪਣਾ ਸੁਧਾਰ ਨੂੰ ਲੈ ਕੇ ਜਾਂ ਜਿਸ ਤਰੀਕੇ ਨਾਲ ਧਨਵੰਤ ਸਿੰਘ ਨੂੰ ਬਰੀ ਕੀਤਾ ਸੀ ਜਥੇਦਾਰ ਅਕਾਲ ਤਖਤ ਨੇ ਔਰ ਜੋ ਮਨਾਈਆਂ ਕਰਦੇ ਨੇ, ਸੋ ਉਹਨਾਂ ਨੇ ਪ੍ਰੋਟੈਸਟ ਕੀਤਾ ਗੁਰੂ ਨਾਨਕ ਨਿਵਾਸ ਦੇ ਸਾਹਮਣੇ ਔਰ ਉਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਤੇਜਾ ਸਿੰਘ ਸਮੁੰਦਰੀ ਹਾਲ ਜੀ। ਔਰ ਜਿਵੇਂ ਉਹਨਾਂ ਨੂੰ ਕੁੱਟਿਆ ਗਿਆ, ਜਿਵੇਂ ਉਹਨਾਂ ਨੂੰ ਦੀ ਜਿਹੜੀ ਆ ਉਹ ਬੇਪਤੀ ਕੀਤੀ ਗਈ। ਹੁਣ ਇਸ ਕੰਮ ਲਈ ਇਹ ਟਾਸਕ ਫੋਰਸ ਰੱਖੀ ਹੋਈ ਹੈ। ਔਰ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਤੇ ਪਿੱਛੇ ਇੱਕ ਸਮਾਗਮ ਸੀ, ਉਹ ਜਾ ਕੇ ਸਵੇਰੇ ਹੀ ਬਹਿ ਜਾਂਦੇ ਨੇ 3 ਵਜੇ ਜਦੋਂ ਬਾਦਲ ਜਾਂ ਦੂਜੇ ਕਿਸੇ ਨੇ ਉੱਥੇ ਆਣਾ ਹੁੰਦਾ ਤੇ ਬਾਕੀਆਂ ਨੂੰ ਅੰਦਰ ਹੀ ਨਹੀਂ ਵੜਨ ਦਿੰਦੇ। ਸੋ ਇਹ ਸ਼੍ਰੋਮਣੀ ਕਮੇਟੀ ਨੇ, ਮੈਂ ਇਹ ਕਹਿਣ 'ਚ ਥੋੜੀ ਜਿਹੀ ਦਿੱਕਤ ਆਪਣੇ ਮਨ 'ਚ ਮਹਿਸੂਸ ਕਰਦਾ ਵੀ ਕਦੇ ਅਸੀਂ ਇਹਨਾਂ ਨੂੰ ਧਰਮੀ ਫੌਜੀ ਕਹਿੰਦੇ ਸੀ, ਹੁਣ ਤਾਂ ਪਤਾ ਨਹੀਂ ਕਿੰਨੇ ਕੁ ਧਰਮੀ ਰਹਿ ਗਏ ਉਹਨਾਂ 'ਚੋਂ ਤੇ ਕਿੰਨਿਆਂ ਕੁ ਨੂੰ ਉਹਨਾਂ ਨੂੰ ਵੀ ਕੱਢ ਦਿੱਤਾ ਹੋਣਾ ਜਿਹੜੇ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਪਰ ਇਹ ਗੁੰਡਾ ਫੋਰਸ ਭਰਤੀ ਕੀਤੀ ਹੈ ਇਹਨਾਂ ਨੇ ਜਿਹੜੇ ਕਿ ਇਹਨਾਂ ਦੀ ਮਰਜ਼ੀ ਮੁਤਾਬਕ ਉਹਨਾਂ ਦੇ ਵਿਰੋਧੀਆਂ ਨੂੰ ਗੁਰਦੁਆਰਿਆਂ 'ਚੋਂ ਚੁੱਕ ਸਕਦੇ ਨੇ, ਮਾਰਕਟਾਈ ਕਰ ਸਕਦੇ ਨੇ, ਪੱਗਾਂ ਲਾ ਸਕਦੇ ਨੇ। ਹੁਣ ਦੂਸਰਾ ਸਟੈਪ ਜਿਹੜਾ ਬਾਦਲ ਦਲ ਨੇ ਲਿਆ ਕਿ ਵੀ ਜੋ ਪੁਲਿਸ ਨੇ ਕਰਤੂਤ ਕੀਤੀ ਜੀ ਉਹਦੀ ਤਾਂ ਬਦਨਾਮੀ ਹੋਈ ਦੁਨੀਆ ਭਰ 'ਚ। ਔਰ ਖਾਸ ਤੌਰ ਤੇ ਮੈਂ ਦੇਖਦਾ ਕਿ ਵਾਇਸਸ ਫਾਰ ਫਰੀडम ਜਿਹੜੀ ਕਿ ਮਨੁੱਖੀ ਹੱਕਾਂ ਦੀ ਇੱਕ ਲੰਬਰਦਾਰ ਜਥੇਬੰਦੀ ਹੈ ਜਿਨ੍ਹਾਂ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਤੋਂ ਬਾਅਦ ਜਿਹੜਾ ਡਿਸਅਪੀਅਰੈਂਸਿਸ ਔਰ ਜਿਹੜੇ ਮੁਕਾਬਲਿਆਂ 'ਚ ਮਾਰੇ ਗਏ ਝੂਠਿਆਂ 'ਚ ਉਹਨਾਂ ਦੀ ਇੱਕ ਵੱਡੀ ਲਿਸਟ ਤਿਆਰ ਕਰਕੇ 2 ਵੋਲੀਅਮ ਸਮੋਲਡਰਿੰਗ ਐਂਬਰਸ ਦੇ ਥੱਲੇ ਜਾਰੀ ਕੀਤੇ ਸੀ। ਰਿਪੋਰਟਸ UN ਚਰਚ ਸੈਂਟਰ ਦੇ ਵਿੱਚ ਰਿਲੀਜ਼ ਹੋਏ ਜੀ। ਵਾਇਸਸ ਫਾਰ ਫਰੀडम ਉਹ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੇ ਸੁਮੇਧ ਸੈਣੀ ਨੂੰ ਜਦੋਂ ਬਾਦਲ ਨੇ ਡਾਇਰੈਕਟਰ ਜਨਰਲ ਪੁਲਿਸ ਬਣਾਇਆ ਤੇ ਉਸ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪੈਟੀਸ਼ਨ ਕੀਤੀ ਸੀ ਔਰ ਉਹ ਲੰਬਾ ਵਕਤ ਪੈਟੀਸ਼ਨ ਚੱਲਦੀ ਰਹੀ ਔਰ ਨਤੀਜੇ ਦੇ ਤੌਰ ਤੇ ਜਿਹੜਾ ਜਸਟਿਸ ਨੂੰ ਸੁਣ ਰਿਹਾ ਸੀ ਚੀਫ ਜਸਟਿਸ ਸ਼ਾਇਦ ਉਹਨਾਂ ਦਾ ਗੋਂਗਲੀ ਨਾਂ ਸੀ, ਨਾਰਥ ਈਸਟ ਦਾ ਸੀ, ਉਹਨੂੰ ਉਹਨਾਂ ਨੇ ਐਲੀਵੇਟ ਕਰਕੇ ਸੁਪਰੀਮ ਕੋਰਟ ਦਾ ਜੱਜ ਲਾ ਦਿੱਤਾ ਤੇ ਉੱਥੇ ਇੱਕ ਸਰੀਨ ਲਿਆਂਦਾ ਤੇ ਫਿਰ ਉਹਨੂੰ ਥਰੋ ਕੀਤਾ। ਸੋ ਵਾਇਸਸ ਫਾਰ ਫਰੀडम ਦੇ ਜਿਨ੍ਹਾਂ ਦੇ ਕੋਲ ਚੰਗੀ ਵਕੀਲਾਂ ਦੀ ਟੀਮ ਹੈ ਉਹਨਾਂ ਨੇ ਆਲਰੇਡੀ ਇੱਕ ਪੈਟੀਸ਼ਨ ਕੈਂਪੇਨ ਲਾਂਚ ਕੀਤਾ ਹੋਇਆ ਹੈ ਜਿਹੜਾ ਕਿ ਪਿਛਲੇ ਆਲਮੋਸਟ 24 ਘੰਟੇ ਤੋਂ ਔਨ ਹੈ ਔਰ ਮੈਂ ਦੇਖ ਰਿਹਾ ਸੀ ਕਿ 2000 ਤੋਂ ਜ਼ਿਆਦਾ ਲੋਕਾਂ ਨੇ ਜਾਂ ਲਗਭਗ ਲੋਕਾਂ ਨੇ ਆਨਲਾਈਨ ਉਸ ਦੇ ਉੱਤੇ ਦਸਤਖਤ ਵੀ ਕੀਤੇ ਨੇ ਔਰ ਤੇਜ਼ੀ ਨਾਲ ਦੁਨੀਆ ਭਰ ਚੋਂ ਸਿੱਖਣ। ਔਰ ਉਹਦੇ 'ਚ ਉਹਨਾਂ ਨੇ ਇਹ ਧਾਰਾ ਜਿਹੜਾ ਉਹਨਾਂ ਦਾ ਫੋਕਸ ਸੀ ਧਾਰਾ 107-151 ਜੀ ਕਿ ਇਹ ਕਿਵੇਂ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਹੈ, ਕਿਵੇਂ ਇਹਦੇ ਥੱਲੇ ਧੱਕਾ ਕੀਤਾ ਗਿਆ ਔਰ ਕਿਵੇਂ ਭਾਈ ਗੁਰਬਖਸ਼ ਸਿੰਘ ਜਿਹੜੇ ਨੇ ਉਹ ਵਿਕਟਮ ਬਣਾਏ ਗਏ ਨੇ ਇਸ ਧਾਰਾ ਦੇ ਥੱਲੇ। ਸੋ ਉਹਨਾਂ ਦਾ ਇਹ ਯਤਨ ਹੈ ਕਿ ਜੇ ਅਸੀਂ ਕੱਲ ਨੂੰ ਤਾਂ ਕਿ ਹੋਰਨਾਂ ਨੂੰ ਵੀ, ਜੇ ਦਮਨਦੀਪ ਸਿੰਘ ਖਾਲਸਾ ਨੂੰ ਵੀ 157 ਲਾਣ ਦੀ ਇਹ ਗੱਲ ਕਰਦੇ ਨੇ ਤੇ ਕਨਸਟੀਟਿਊਸ਼ਨਲੀ ਇਹ ਚੈਲੰਜ ਹੋਣਾ ਚਾਹੀਦਾ ਜੀ। ਸੋ ਇੱਕ ਚੰਗਾ ਐਫਰਟ ਹੈ ਔਰ ਮੈਂ ਇਹ ਗੁਜ਼ਾਰਿਸ਼ ਵੀ ਕਰਾਂਗਾ ਦਰਸ਼ਕਾਂ ਨੂੰ
ਕਿ ਤੁਸੀਂ voicesforfreedom.org ਇਸ ਦੇ ਉੱਤੇ ਜਾਓ ਤੇ ਇਸ ਪੈਟੀਸ਼ਨ ਦੇ ਉੱਤੇ ਆਨਲਾਈਨ ਹੀ ਤੁਹਾਨੂੰ ਆਪਣਾ ਨਾਂ ਔਰ ਦੂਸਰਾ ਔਰ ਜਿੰਨੇ ਪਰਿਵਾਰ ਦੇ ਜੀਵ ਵੀ ਨੇ ਸਾਰੇ ਹੀ ਉਸ ਦੇ ਲਈ ਵੋਟ ਕਰੋ, ਤਾਂ ਕਿ ਜਿਹੜਾ ਵੱਧ ਤੋਂ ਵੱਧ ਜਦੋਂ ਇਦਾਂ ਦੀ ਗਿਣਤੀ ਹੁੰਦੀ ਹੈ ਫਿਰ ਨੈਸ਼ਨਲੀ ਤੇ ਫਿਰ ਇੰਟਰਨੈਸ਼ਨਲੀ ਇਸ ਇਸ਼ੂ ਨੂੰ ਉਠਾਇਆ ਜਾ ਸਕਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਪੰਜਾਬ ਸਰਕਾਰ ਨੇ ਭਾਂਪਦੇ ਆ ਜੀ ਕਿ ਇਹ ਉਹਨਾਂ ਦੇ ਗੱਲ ਜੋ ਉਹਨਾਂ ਨੇ ਕੀਤੀ ਹੈ, ਪੁਲਿਸ ਦਾ ਧੱਕਾ ਹੈ, ਉਹਨਾਂ ਨੇ ਆਪਣਾ ਖਹਿੜਾ ਛੁਡਾ ਲਿਆ ਜੀ ਔਰ ਦੂਸਰਿਆਂ ਨੂੰ ਕੱਢਣ ਦੇ ਲਈ ਹੁਣ ਪੁਲਿਸ ਨੂੰ ਇਸਤੇਮਾਲ ਨਹੀਂ ਕਰਨਗੇ। ਸ਼੍ਰੋਮਣੀ ਕਮੇਟੀ ਟਾਸਕ ਫੋਰਸ, ਗੁੰਡਿਆਂ ਦੀ ਫੋਰਸ ਜਿਹੜੀ ਹੈ, ਉਹਨਾਂ ਰਾਹੀਂ ਉਹ ਹੋਏਗਾ ਜੀ ਇਹ ਤਾਂ ਧਾਰਮਿਕ ਮਾਮਲਾ ਹੈ, ਜੇ ਪੱਗਾਂ ਉਹਨਾਂ ਦੀਆਂ ਲੱਥ ਗਈਆਂ ਉਹਨਾਂ ਨੇ ਕਹਿਣਾ ਲਓ ਜੀ ਇਹ ਤਾਂ ਸਿੱਖ ਤਾਂ ਕਰ ਹੀ ਕੁਛ ਨਹੀਂ ਜੀ ਸਕਦੇ। ਸੋ ਮੀਡੀਆ ਨੂੰ ਵੀ ਜਿਹੜਾ ਇੱਕ ਸਟੋਰੀ ਮਿਲ ਜਾਏਗੀ ਕਿ ਦੇਖੋ ਜੀ ਇਹ ਤਾਂ ਆਪਸੀ ਇਹਨਾਂ ਦੀ ਇਨਰ ਹੈ ਜੀ। ਔਰ ਅਸੀਂ ਇਹ ਸਮਝਦੇ ਹਾਂ ਵੀ ਇੰਟਰਨੈਸ਼ਨਲੀ, ਕਿਉਂਕਿ ਵੀਕਐਂਡ ਵਾਸ਼ਿੰਗਟਨ ਦੇ ਵਿੱਚ ਮੈਂ 2 ਅੱਡ-ਅੱਡ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਜੀ, ਸੈਟਰਡੇ ਵੀ ਸੰਡੇ ਵੀ, ਫੋਕਸ ਇਹੀ ਸੀ। ਔਰ ਮੈਂ ਇਹ ਜ਼ੋਰਦਾਰ ਫਿਰ ਅਪੀਲ ਕਰਨਾ ਚਾਹਾਂਗਾ, ਹਾਲਾਂਕਿ ਕੁਝ ਥਾਵਾਂ ਤੇ ਅੱਛਾ ਰਿਸਪੌਂਸ ਹੈ, ਇੰਗਲੈਂਡ ਦੀਆਂ ਸਿੱਖ ਸੰਗਤਾਂ ਔਰ ਪਿੱਛੇ ਜਿਹੜੇ ਟਾਕ ਸ਼ੋਅ ਵੀ ਨੇ ਉਹ ਤਾਂ ਇਸ ਲਾਈਨ ਦੇ ਉੱਤੇ ਆ ਗਏ ਨੇ ਕਿ ਵੀ ਅਸੀਂ ਇਹ ਸਣੇ ਧਾਰਮਿਕ ਜਥੇਦਾਰਾਂ ਦੇ, ਬਾਦਲ ਦਲ ਦੇ ਲੀਡਰ, ਇਹਨਾਂ ਦਾ ਮੁਕੰਮਲ ਬਾਈਕਾਟ ਕਰਾਂਗੇ। ਬਾਹਰ ਆਇਆਂ ਦਾ ਕੁਝ ਥਾਵਾਂ ਤੇ ਜਿਹੜੇ ਨੇ ਉਹ ਪੈਰ ਖਿਸਕ ਵੀ ਰਹੇ ਨੇ ਕਈਆਂ ਦੇ, ਉਹਨਾਂ ਨੇ ਕੋਈ ਸੋਲਿਡ ਐਕਸ਼ਨ ਲੈਣ ਦੀ ਥਾਂ ਗੱਲਾਂ ਉਰਲੀਆਂ ਪਰਲੀਆਂ ਕਰਦੇ ਨੇ, ਪਰ ਕੁਝ ਥਾਵਾਂ ਦੇ ਉੱਤੇ ਇਹ ਇੱਕ ਪੂਰੀ ਮੂਵਮੈਂਟ ਬਣ ਰਹੀ ਹੈ, ਅਵੇਅਰਨੈਸ ਹੈ। ਔਰ ਮੈਂ ਸਮਝਦਾ ਹਾਂ ਵੀ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਦੀਆਂ ਸਿੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਵਧਾਈ ਦੀਆਂ ਹੱਕਦਾਰ ਨੇ ਜੀ ਕਿ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਕੱਲ ਸ਼ਾਮ 4 ਵਜੇ ਜਿਹੜਾ ਉਹ ਸ਼ੁਰੂਆਤ ਉਹਨਾਂ ਨੇ ਕਰਨੀ ਹੈ, 6:30 7 ਵਜੇ ਤੱਕ ਕੈਂਡਲ ਲਾਈਟ ਵਿਜਲ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ। ਸੋ ਮੈਂ ਇਹ ਵੀ ਇਸ ਸਾਰੇ ਹੀ ਖਿੱਤੇ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਵੱਡੀ ਗਿਣਤੀ ਦੇ ਵਿੱਚ ਉਸ ਕੈਂਡਲ ਲਾਈਟ ਵਿਜਲ ਦੇ ਵਿੱਚ ਸ਼ਮੂਲੀਅਤ ਕਰਨ, ਅਸੀਂ ਵੀ ਉਸ ਦਾ ਹਿੱਸਾ ਬਣਾਂਗੇ। ਔਰ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੇ ਪ੍ਰੋਗਰਾਮ ਜਿਹੜੇ ਨੇ, ਕਿਉਂਕਿ ਕੱਲ ਦਾ ਦਿਨ ਹੋਰ ਵੀ ਅਹਿਮੀਅਤ ਰੱਖਦਾ ਹੈ, ਕੱਲ 10 ਦਸੰਬਰ ਦਾ ਦਿਨ ਹੈ, ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ ਜੀ। ਪਰ ਇਹ ਉਹੀ ਦਿਨ ਹੈ ਕਿ ਜਦੋਂ 10 ਦਸੰਬਰ 1948 ਨੂੰ ਯੂਨਾਈਟਿਡ ਨੇਸ਼ਨਸ ਨੇ ਮਨੁੱਖੀ ਹੱਕਾਂ ਦਾ ਚਾਰਟਰ ਜਿਹੜਾ ਉਹ ਜਾਰੀ ਕੀਤਾ ਸੀ, ਜਿਹਦੇ 'ਚ ਆਜ਼ਾਦੀ, ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇਹ ਮੁੱਢਲਾ ਹੱਕ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਇਸ ਤੋਂ ਵੱਧ ਕੇ ਹੋਰ ਕਿਹੜੀ ਅਹਿਮੀਅਤ ਹੋ ਸਕਦੀ ਹੈ ਕਿ ਭਾਈ ਗੁਰਬਖਸ਼ ਸਿੰਘ ਸਾਡਾ ਵੀਰ ਪਿਛਲੇ 25 ਦਿਨਾਂ ਤੋਂ ਅੰਨ ਜਲ ਉਸਨੇ ਛੱਡਿਆ ਹੋਇਆ ਕਿ ਜੇਲ੍ਹਾਂ ਵਿੱਚ ਜਿਹੜੇ ਬੰਦ ਸਿੰਘ ਨੇ ਲੰਮੇ ਸਮੇਂ ਤੋਂ ਉਹਨਾਂ ਦੀ ਰਿਹਾਈ ਹੋ ਸਕੇ। ਸੋ ਮੈਂ ਇਹ ਫੇਰ ਪੁਰਜ਼ੋਰ ਜਿਹੜੀ ਹੈ ਬੇਨਤੀ ਕਰਾਂਗਾ ਸਿੱਖ ਸੰਗਤਾਂ ਨੂੰ ਕਿ ਕੱਲ ਦੇ ਇਸ ਪ੍ਰੋਟੈਸਟ ਦੇ ਵਿੱਚ 4 ਵਜੇ ਜਿਹੜਾ ਕੈਂਡਲ ਲਾਈਟ ਵਿਜਲ ਦਾ ਜ਼ੋਰ ਸ਼ੋਰ ਨਾਲ ਸ਼ਾਮਲ ਹੋਣ। ਈਵਨ ਸੈਨ ਫਰਾਂਸਿਸਕੋ ਦੇ ਵਿੱਚ ਵੀ ਮੈਨੂੰ ਟਾਈਮਿੰਗ ਦਾ ਸਪਸ਼ਟ ਨਹੀਂ ਹੈ ਕਿਉਂਕਿ ਵਾਸ਼ਿੰਗਟਨ 'ਚ ਹੋਣ ਕਰਕੇ ਮੈਂ ਉੱਥੋਂ ਵਾਲਿਆਂ ਨਾਲ ਰਾਬਤਾ ਨਹੀਂ ਕਰ ਸਕਿਆ, ਪਰ ਮੇਰਾ ਖਿਆਲ ਹੈ 10 ਦਸੰਬਰ ਦਾ ਹੀ ਦਿਨ ਹੈ। ਸੀਐਟਲ ਵਾਲਾ ਆਲਰੇਡੀ ਉਹਨਾਂ ਨੇ ਡਾਊਨਟਾਊਨ ਦੇ ਵਿੱਚ ਇਹ ਪ੍ਰੋਟੈਸਟ ਰੱਖਿਆ ਹੋਇਆ। ਸੋ ਅਸੀਂ ਇਸ ਨਾਲ ਸੰਬੰਧਿਤ ਜਿਹੜੇ ਹੋਰ ਵੀ ਵੇਰਵੇ ਨੇ ਅਸੀਂ ਸਾਂਝੇ ਕਰਦੇ ਰਵਾਂਗੇ ਜੀ। ਸੋ ਮੈਂ ਇਹੀ ਕਹਾਂਗਾ ਕਿ ਵੀ ਅਸੀਂ ਹੁਣ ਚੁੱਪ ਕਰਕੇ ਨਾ ਬੈਠੀਏ ਜੀ। ਉੱਥੇ ਅਕਾਲੀਆਂ ਨੇ ਆਪਣੀ ਕਰਤੂਤ ਦਿਖਾ ਦਿੱਤੀ ਹੈ, ਅਕਾਲ ਤਖਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਸਭ ਨੇ ਬਾਦਲ ਦੀ ਘੁਰਕੀ ਤੋਂ ਡਰਦੇ ਆ ਜੀ ਯੂ ਟਰਨ ਮਾਰਿਆ। ਇਹ ਵੀ ਕਹਿਣ ਲੱਗ ਗਏ ਨੇ ਜੀ ਇਹ ਰਵਾਇਤਾਂ ਦਾ ਵਿਰੋਧ ਹੈ, ਇਹ ਵੀ ਕਹਿਣ ਲੱਗ ਗਏ ਜੀ ਉਹਨਾਂ ਨੇ ਕਿਸੇ ਨਾਲ ਸਲਾਹ ਨਹੀਂ ਕੀਤੀ। ਅਜੇ 1 ਹਫ਼ਤਾ ਪਹਿਲਾਂ ਉਹਨਾਂ ਦੇ ਨਾਲ ਜਾ ਕੇ ਉਹ ਫੋਟੋਆਂ ਲਵਾ ਰਹੇ ਸੀ, ਉਸੇ ਹੀ ਬੰਦੀ ਛੋੜ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੀ ਲੀਡ ਨੂੰ ਲੈਂਦੇ ਜਦੋਂ ਰਿਹਾਈ ਮਾਰਚ ਸ਼ੁਰੂ ਹੋਇਆ ਉਦੋਂ ਕਿੰਨੀ ਤਾਰੀਫ ਕੀਤੀ ਸਾਰਿਆਂ ਨੇ, ਔਰ ਉੱਥੋਂ ਜਥੇਦਾਰ ਅਕਾਲ ਤਖਤ ਅਰਦਾਸ ਹਰਮੰਦਰ ਸਾਹਿਬ ਦੇ ਅਰਦਾਸੀਏ ਨੇ ਕੀਤੀ, ਉਦੋਂ ਇਹ ਰਵਾਇਤਾਂ ਦੇ ਖਿਲਾਫ ਨਹੀਂ ਸੀ। ਸੋ ਇਹ ਗੱਲ ਸਾਬਤ ਕਰਦੀ ਹੈ ਵੀ ਕਿਵੇਂ ਇਹਨਾਂ ਸਾਰਿਆਂ ਦੀ ਜ਼ਮੀਰ ਜਿਹੜੀ ਹੈ ਉਹ ਬਾਦਲ ਦੇ ਪੈਰਾਂ ਦੇ ਵਿੱਚ ਇਹਨਾਂ ਨੇ ਰੱਖੀ ਹੋਈ ਹੈ, ਜੋ ਜਿਹਾ ਉੱਥੋਂ ਆਰਡਰ ਆਉਂਦਾ ਉਹ ਜਿਹਾ ਕੰਮ ਕਰਦੇ ਨੇ। ਸੋ ਲੇਕਿਨ ਇਹ ਹੁਣ ਇਹਨਾਂ ਨੂੰ ਅਸੀਂ ਬਾਹਰੋਂ ਬੜਾ ਕਲੀਅਰ ਮੈਸੇਜ ਦਈਏ ਬਾਹਰਲੀਆਂ ਸਿੱਖ ਸੰਗਤਾਂ ਕਿ ਜੇ ਅਰੂੜ ਸਿੰਘ ਨੇ ਡਾਇਰ ਨੂੰ ਸਿਰੋਪਾਓ ਦਿੱਤਾ ਸੀ ਕਿ ਜੀ ਤੂੰ ਬਹੁਤ ਵਧੀਆ ਕੰਮ ਕੀਤਾ ਜਲਿਆਂਵਾਲੇ ਬਾਗ, ਤੇ ਸਿੱਖਾਂ ਨੇ ਉਹ ਮੰਨਿਆ ਨਹੀਂ ਸੀ ਉਸ ਨੂੰ ਜੀ। ਸੋ ਇਹ ਜਿਹੜੇ ਇਹਨਾਂ ਦੇ ਨਾਦਰਸ਼ਾਹੀ ਫੈਸਲੇ ਨੇ ਔਰ ਗੈਰ ਪੰਥਕ ਇਹਨਾਂ ਦੀਆਂ ਕਾਰਵਾਈਆਂ ਨੇ, ਇਹਨਾਂ ਨੂੰ ਨਕਾਰੀਏ ਔਰ ਬਾਹਰ ਇਹਨਾਂ ਨੂੰ ਘਰਾਂ 'ਚ ਸੱਦ ਕੇ $500 ਲਿਫਾਫਿਆਂ 'ਚ ਪਾ ਕੇ ਇਹਨਾਂ ਦੇ ਹਵਾਲੇ ਨਾ ਕਰੀਏ, ਇਹਨਾਂ ਦਾ ਬੰਦ ਕਰੀਏ ਸਾਰਾ ਹੀ ਕਿ ਵੀ ਇਹ ਤੁਹਾਡਾ ਇਹ ਜੇ ਤੁਸੀਂ ਸਿੱਖੀ ਸਿਧਾਂਤਾਂ ਦੇ ਉੱਤੇ ਨਹੀਂ ਖਲੋਂਦੇ ਤੇ ਅਸੀਂ ਤੁਹਾਨੂੰ ਇੱਥੇ ਐਕਸੈਪਟ ਨਹੀਂ ਕਰਦੇ। ਸੋ ਮੈਂ ਸਮਝਦਾ ਵੀ ਇਸ ਦੇ ਨਾਲ ਨਾਲ ਜਿੰਨੀਆਂ ਐਕਟੀਵਿਟੀਜ਼ ਬਾਹਰ ਹੋ ਰਹੀਆਂ ਉਹਨਾਂ ਦੇ ਵਿੱਚ ਸੰਗਤ ਜਿਹੜੀ ਹੈ
ਉਹ ਪੂਰੇ ਜੋਸ਼ੋ ਖਰੋਸ਼ ਦੇ ਨਾਲ ਪਾਰਟਿਸਿਪੇਟ ਕਰੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।